हेलो स्टूडेंट्स। मैं एक बार फिर हाजिर हाँ ਟੈਂਸਸ ਦੀ ਫਰਦਰ ਸਬ ਕੈਟੇਗਰੀਜ਼ ਦੀ ਵੀਡੀਓ ਲੈ ਕੇ। ਪਹਿਲਾਂ ਅਸੀਂ ਪਿਛਲੀ ਵੀਡੀਓ ਵਿੱਚ ਪ੍ਰੈਜ਼ੈਂਟ ਦੀ ਜਿੰਨੀ ਵੀ ਸਬ ਕੈਟੇਗਰੀਜ਼ ਸੀ ਉਹਨਾਂ ਦੀ ਰਿਗਾਰਡਿੰਗ ਪੜ੍ਹਿਆ ਸੀ ਕਿ ਉਹ ਕਿਵੇਂ ਕੰਮ ਕਰਦੇ ਨੇ, ਉਹਨਾਂ ਦੇ ਕੁਝ ਫਾਰਮੂਲੇਸ ਹੁੰਦੇ ਨੇ, ਉਹ ਕਿਵੇਂ ਨੇ। ਸੋ ਅੱਜ ਅਸੀਂ ਪਾਸਟ ਤੇ ਫਿਊਚਰ ਦੀ ਸਬ ਕੈਟੇਗਰੀਜ਼ ਬਾਰੇ ਜਾਣਾਂਗੇ। ਸੋ ਪਹਿਲਾਂ ਸ਼ੁਰੂ ਕਰਦੇ ਹਾਂ ਪਾਸਟ ਇੰਡੈਫੀਨਿਟ ਟੈਂਸ ਤੋਂ। ਪਾਸਟ ਇੰਡੈਫੀਨਿਟ ਟੈਂਸ ਵਿੱਚ ਅਸੀਂ ਸਬਜੈਕਟ ਪਲੱਸ ਵਰਬ ਦੀ ਸੈਕਿੰਡ ਫਾਰਮ ਪਲੱਸ ਆਬਜੈਕਟ ਦਾ ਯੂਜ਼ ਕਰਦੇ ਹਾਂ। ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਵਰਬ ਦੀ ਸੈਕਿੰਡ ਫਾਰਮ ਕੇਵਲ ਤੇ ਕੇਵਲ ਪਾਸਟ ਇੰਡੈਫੀਨਿਟ ਵਿੱਚ ਹੀ ਯੂਜ਼ ਹੁੰਦੀ ਹੈ। ਹੋਰ ਕਿਸੇ ਵੀ ਟੈਂਸ ਦੀ ਸਬ ਕੈਟੇਗਰੀ ਵਿੱਚ ਅਸੀਂ ਵਰਬ ਦੀ ਸੈਕਿੰਡ ਫਾਰਮ ਨੂੰ ਯੂਜ਼ ਨਹੀਂ ਕਰਦੇ ਹਾਂ। ਤੇ ਵਰਬ ਸੈਕਿੰਡ ਦੀ ਫਾਰਮ ਜਿਹੜੀ ਹੈ ਉਸ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਭਾਵ ਨਹੀਂ ਪੈਂਦਾ, ਚਾਹੇ ਸਬਜੈਕਟ ਜਿਹੜਾ ਹੈ ਸਿੰਗੂਲਰ ਹੋਵੇ ਚਾਹੇ ਪਲੂਰਲ ਹੋਵੇ, ਉਹਦੀ ਫਾਰਮ ਸੇਮ ਹੀ ਬਰਕਰਾਰ ਰਹਿੰਦੀ ਹੈ। ਐਗਜ਼ਾਮਪਲ ਦੇ ਤੌਰ 'ਤੇ ਅਸੀਂ ਦੇਖਦੇ ਹਾਂ ਰਾਮ ਪਲੇਡ ਆ ਮੈਚ। ਇੱਥੇ ਰਾਮ ਦੇਖੋ ਸਿੰਗੂਲਰ ਹੈ, ਪਲੇਡ ਵਰਬ ਦੀ ਸੈਕਿੰਡ ਫਾਰਮ ਹੈ, ਮੈਚ ਜੋ ਕਿ ਇੱਕ ਆਬਜੈਕਟ ਹੈ। ਸੈਕਿੰਡ ਦੇਖੋ ਦੇ ਕੁਕਡ ਫੂਡ, ਦੇ ਜੋ ਸਬਜੈਕਟ ਹੈ ਪਲੂਰਲ ਹੈ, ਫਿਰ ਵੀ ਵਰਬ ਦੀ ਸੈਕਿੰਡ ਫਾਰਮ ਜਿਹੜੀ ਉਹ ਕੁਕਡ ਹੀ ਰਹੀ ਹੈ, ਉਸਦੇ ਉੱਪਰ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰਭਾਵ ਨਹੀਂ ਪਿਆ ਸਬਜੈਕਟ ਚੇਂਜ ਹੋਣ ਦੇ ਨਾਲ। ਫੂਡ ਜਿਹੜਾ ਹੈ ਉਹ ਆਬਜੈਕਟ ਹੈ। ਇਹ ਸੀ ਇਸ ਦੀਆਂ ਕੁਝ ਐਗਜ਼ਾਮਪਲਸ। ਹੁਣ ਅਸੀਂ ਦੇਖਦੇ ਹਾਂ ਕਿ ਯੂਜ਼ਸ ਆਫ ਸਿੰਪਲ ਪਾਸਟ ਟੈਂਸ ਕੇ ਸਿੰਪਲ ਪਾਸਟ ਟੈਂਸ ਨੂੰ ਅਸੀਂ ਕਿਸ ਹਾਲਾਤਾਂ ਨੂੰ ਦਰਸਾਉਣ ਵਾਸਤੇ ਯੂਜ਼ ਕਰਦੇ ਹਾਂ। ਟੂ ਇੰਡੀਕੇਟ ਐਨ ਐਕਸ਼ਨ ਕੰਪਲੀਟ ਇਨ ਦਾ ਪਾਸਟ, ਉਹ ਐਕਸ਼ਨ ਜੋ ਕਿ ਬੀਤ ਚੁੱਕੇ ਸਮੇਂ ਦੇ ਵਿੱਚ ਪੂਰਾ ਹੋ ਚੁੱਕਿਆ ਹੋਵੇ, ਮੀਨਸ ਖਤਮ ਹੋ ਚੁੱਕਿਆ ਹੋਵੇ, ਉਸ ਨੂੰ ਦਰਸਾਉਣ ਵਾਸਤੇ ਅਸੀਂ ਪਾਸਟ ਇੰਡੈਫੀਨਿਟ ਟੈਂਸ ਦਾ ਯੂਜ਼ ਕਰਦੇ ਹਾਂ। ਐਗਜ਼ਾਮਪਲ ਦੇ ਤੌਰ 'ਤੇ ਅਸੀਂ ਦੇਖ ਸਕਦੇ ਹਾਂ The steamer sailed yesterday. He went home some time back. ਇਹਦੇ ਵਿੱਚ ਜਿਹੜਾ ਸਟ੍ਰੀਮਰ ਹੈ, ਦਾ ਸਟ੍ਰੀਮਰ ਹੈ ਉਹ ਸਬਜੈਕਟ ਹੈ, ਸੇਲਡ ਵਰਬ ਹੈ, ਯੈਸਟਰਡੇ ਜੋ ਕਿ ਉਹ ਆਬਜੈਕਟ ਹੈ। ਯਾਨੀ ਕਿ ਸਟ੍ਰੀਮਰ ਜਿਹੜਾ ਸੀ ਉਹ ਕੱਲ੍ਹ ਪਾਣੀ ਵਿੱਚ ਆਪਣਾ ਸੇਲ ਕਰ ਰਿਹਾ ਸੀ, ਤੇ ਯਾਨੀ ਕਿ ਬੇੜੀ ਵਗੈਰਾ ਜੋ ਵੀ ਉਹ ਚਲਾ ਰਿਹਾ ਸੀ। He went home some time back. He ਹੈ ਜੋ ਇਸ ਵਿੱਚ ਉਹ ਕੀ ਹੈ, ਸਬਜੈਕਟ ਹੈ, went ਕੀ ਹੈ, ਵਰਬ ਹੈ, ਹੋਮ ਕੀ ਹੈ, ਆਬਜੈਕਟ ਹੈ, ਸਮ ਟਾਈਮ ਬੈਕ ਕੀ ਦੱਸ ਰਿਹਾ, ਟਾਈਮ ਬਾਰੇ। ਇਸ ਵਿੱਚ ਕਿ ਕੁਝ ਸਮਾਂ ਪਹਿਲਾਂ ਹੀ ਉਹ ਘਰ ਵਾਪਸ ਆ ਚੁੱਕਿਆ ਹੈ, ਮੀਨਸ ਜੋ ਕੰਮ ਹੈ ਉਹ ਖਤਮ ਹੋ ਚੁੱਕਿਆ, ਉਹ ਘਰ ਵਾਪਸ ਆ ਚੁੱਕਿਆ ਹੈ, ਉਸ ਨੂੰ ਦਰਸਾਉਣ ਵਾਸਤੇ ਅਸੀਂ ਪਾਸਟ ਇੰਡੈਫੀਨਿਟ ਟੈਂਸ ਦੀ ਵਰਤੋਂ ਕਰਦੇ ਹਾਂ। ਸੈਕਿੰਡ ਦੇਖੋ to express imaginary present situation or imaginary future events that may not happen. Imaginary means ਸਾਡੀ thinking, ਸਾਡੀ ਸੋਚ ਜਾਂ ਸੁਪਨਾ ਕਹਿ ਲਓ, ਜੋ ਕਿ ਅਸਲ ਜ਼ਿੰਦਗੀ ਵਿੱਚ ਨਹੀਂ ਹੋਏ, ਨਾ ਹੀ ਸ਼ਾਇਦ ਹੋਣਗੇ। ਅਜਿਹੀ ਇਮੈਜੀਨਰੀ ਸਿਚੁਏਸ਼ਨ ਸਾਡੀ ਸੋਚ, ਸਾਡੀ ਥਿੰਕਿੰਗ, ਸਾਡੇ ਸੁਪਨੇ ਨੂੰ ਵੀ ਦੱਸਣ ਵਾਸਤੇ ਅਸੀਂ ਜੋ ਹੈ ਸਿੰਪਲ ਪਾਸਟ ਟੈਂਸ ਦਾ ਯੂਜ਼ ਕਰਦੇ ਹਾਂ। ਉਸ ਨੂੰ ਦੱਸਣ ਵਾਸਤੇ ਅਸੀਂ ਸਿੰਪਲ ਪਾਸਟ ਟੈਂਸ ਦਾ ਯੂਜ਼ ਇਸ ਕਰਕੇ ਕਰਦੇ ਹਾਂ ਕਿ ਬੇਸ਼ੱਕ ਜੋ ਵੀ ਅਸੀਂ ਇਮੈਜਿਨ ਕਰ ਰਹੇ ਹਾਂ, ਚਾਹੇ ਉਹ ਪ੍ਰੈਜ਼ੈਂਟਲੀ ਮੀਨ ਜੋ ਵੀ ਅਸੀਂ ਸੋਚ ਰਹੇ ਹਾਂ, ਚਾਹੇ ਉਹ ਅਸੀਂ ਪ੍ਰੈਜ਼ੈਂਟਲੀ ਸੋਚ ਰਹੇ ਹਾਂ ਚਾਹੇ ਫਿਊਚਰਲੀ ਸੋਚ ਰਹੇ ਹਾਂ, ਪਰ ਉਹ ਚੀਜ਼ ਨੂੰ ਅਸੀਂ ਸੋਚ ਚੁੱਕੇ ਹਾਂ, ਸਾਡੀ ਦਿਮਾਗ 'ਚ ਉਹ ਘਟਨਾ ਹੋ ਚੁੱਕੀ ਹੈ। ਇਸ ਕਰਕੇ ਉਹਨੂੰ ਡਿਸਕ੍ਰਾਈਬ ਕਰਨ ਵਾਸਤੇ ਅਸੀਂ ਪਾਸਟ ਇੰਡੈਫੀਨਿਟ ਦੀ ਵਰਤੋਂ ਕਰਦੇ ਹਾਂ। ਐਗਜ਼ਾਮਪਲ ਦੇ ਤੌਰ 'ਤੇ ਦੇਖੋ ਇਫ ਆਈ ਹੈਡ ਲੌਂਗਰ ਹੌਲੀਡੇਜ਼ ਆਈ ਵੁੱਡ ਬੀ ਵੈਰੀ ਹੈਪੀ, ਕਿ ਜੇਕਰ ਮੇਰੀਆਂ ਛੁੱਟੀਆਂ ਥੋੜ੍ਹਾ ਲੰਬੀਆਂ ਹੁੰਦੀਆਂ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ। ਠੀਕ ਹੈ, ਇਹਦੇ ਵਿੱਚ ਆਈ ਵੁੱਡ ਬੀ ਵੈਰੀ ਹੈਪੀ ਹੈ, ਪਾਸਟ ਇੰਡੈਫੀਨਿਟ ਹੈ, ਉੱਪਰ ਜੋ ਹੈ ਪਰਫੈਕਟ ਫਾਰਮ ਲਈ ਗਈ ਹੈ। ਇਫ ਆਈ ਗॉट ਰਿਚ ਆਈ ਵੁੱਡ ਟਰੈਵਲ ਆਲ ਓਵਰ ਦਾ ਵਰਲਡ। ਇਫ ਆਈ ਗॉट ਰਿਚ, ਕਿ ਜੇਕਰ ਮੈਂ ਅਮੀਰ ਹੁੰਦਾ ਤਾਂ ਆਈ ਵੁੱਡ ਟਰੈਵਲ ਆਲ ਓਵਰ ਦਾ ਵਰਲਡ, ਮੈਂ ਪੂਰੀ ਦੁਨੀਆ ਦਾ ਇੱਕ ਟੂਰ ਲੈਂਦਾ। ਇਸ ਵਿੱਚ ਇਫ ਆਈ ਗॉट ਰਿਚ ਜੋ ਹੈ ਉਹ ਇਫ ਜੋ ਹੈ ਆਈ ਜੋ ਹੈ ਉਹ ਸਬਜੈਕਟ ਹੈ, ਗॉट ਵਰਬ ਹੈ, ਰਿਚ ਜਿਹੜਾ ਆਬਜੈਕਟ ਹੈ। ਅੱਗੇ ਫਿਊਚਰ ਨੂੰ ਪਾਸਟ ਫਾਰਮ ਵਿੱਚ ਦਰਸਾਇਆ ਗਿਆ ਹੈ। ਇਹ ਵੀ ਮੈਂ ਇੱਕ ਵੱਖਰੀ ਵੀਡੀਓ ਵਿੱਚ ਬਣਾ ਕੇ ਫਾਰਮੇਟਿਵ, ਨੈਗੇਟਿਵ, ਇੰਟੈਰੋਗੇਟਿਵ ਦੇ ਨਾਲ ਜੋ ਫਿਊਚਰ ਨੂੰ ਅਸੀਂ ਟ੍ਰਾਂਸਫਰ ਕਰਦੇ ਹਾਂ ਪਾਸਟ, ਫਿਊਚਰ ਦੀ ਪਾਸਟ ਫਾਰਮ ਜਿਹੜੀ ਉਹ ਵੀ ਤੁਹਾਨੂੰ ਦੱਸਾਂਗਾ ਇੱਕ ਵੱਖਰੀ ਵੀਡੀਓ ਉੱਤੇ ਉੱਪਰ ਬਣਾ ਕੇ। ਫਿਲਹਾਲ ਤੁਸੀਂ ਇੰਨਾ ਸਮਝੋ।
ਸੋ ਇਹ ਜੋ ਮੇਨ ਯੂਜ਼ਸ ਸੀ ਇਹਦੀਆਂ, ਅੱਗੇ ਫਰਦਰ ਜੋ ਨੇ ਉਹ ਤੁਸੀਂ ਪੜ੍ਹ ਸਕਦੇ ਹੋ, ਪਰ ਉਹਨਾਂ ਦਾ ਸੇਮ ਮੀਨਿੰਗ ਨਿਕਲਦਾ ਹੈ। ਉਹ ਤੁਸੀਂ PDF ਫਾਈਲ ਜੋ ਹੈ ਉਸ ਤੋਂ ਤੁਸੀਂ ਪੜ੍ਹ ਕੇ ਜਾਣਕਾਰੀ ਲੈ ਸਕਦੇ ਹੋ। ਨੈਕਸਟ ਅਸੀਂ ਟੈਂਸ ਜੋ ਕਰਨ ਜਾ ਰਹੇ ਹਾਂ ਉਹ ਹੈ ਪਾਸਟ ਕੰਟੀਨਿਊਸ ਟੈਂਸ। ਇਸ ਵਿੱਚ ਸਬਜੈਕਟ ਦੇ ਨਾਲ ਵਾਸ ਜਾਂ ਵਰ, ਵਰਬ ਦੀ ਫਸਟ ਫਾਰਮ ਦੇ ਨਾਲ ING ਪਲੱਸ ਆਬਜੈਕਟ ਲੱਗਦਾ ਹੈ। ਵਾਸ ਲੱਗਦਾ ਹੈ ਉਹਨਾਂ ਹਾਲਾਤਾਂ ਵਿੱਚ ਜਦੋਂ ਸਬਜੈਕਟ ਜਿਹੜਾ ਉਹ ਸਿੰਗੂਲਰ ਹੋਵੇ, ਤੇ ਵਰ ਲੱਗਦਾ ਹੈ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਜਿਹੜਾ ਸਬਜੈਕਟ ਹੈ ਉਹ ਪਲੂਰਲ ਹੋਵੇ। ਐਗਜ਼ਾਮਪਲ ਦੇ ਤੌਰ ਤੇ ਅਸੀਂ ਦੇਖ ਸਕਦੇ ਹਾਂ, ਸ਼ੀ ਵਾਸ ਕੁਕਿੰਗ ਫੂਡ। ਸ਼ੀ ਕੀ ਜੋ ਕਿ ਕੀ ਹੈ ਇੱਕ ਸਬਜੈਕਟ ਹੈ, ਵਾਸ ਹੈਲਪਿੰਗ ਵਰਬ ਹੈ ਜੋ ਕਿ ਇਹ ਡਿਨੋਟ ਕਰ ਰਿਹਾ ਹੈ ਕਿ ਜਿਹੜਾ ਸਬਜੈਕਟ ਹੈ ਉਹ ਸਿੰਗੂਲਰ ਹੈ। ਕੁਕਿੰਗ ਵਰਬ ਦੀ ਫਸਟ ਫਾਰਮ ਦੇ ਨਾਲ ING ਦੀ ਵਰਤੋਂ ਕੀਤੀ ਗਈ ਹੈ, ਤੇ ਫੂਡ ਕੀ ਹੈ ਇੱਕ ਆਬਜੈਕਟ ਹੈ। ਸੈਕਿੰਡ ਦੇਖੋ, ਦੇ ਆਰ ਪਲੇਇੰਗ ਕ੍ਰਿਕਟ। ਦੇ ਕੀ ਹੈ ਇੱਕ ਸਬਜੈਕਟ ਹੈ, ਵਰ ਕੀ ਹੈ ਹੈਲਪਿੰਗ ਵਰਬ ਹੈ ਜੋ ਇਹ ਡਿਨੋਟ ਕਰਦਾ ਹੈ ਸਬਜੈਕਟ ਜੋ ਹੈ ਉਹ ਕੀ ਹੈ ਪਲੂਰਲ ਹੈ। ਪਲੇਇੰਗ ਕੀ ਹੈ ਵਰਬ ਦੀ ਫਸਟ ਫਾਰਮ ਦੇ ਨਾਲ ING ਦੀ ਵਰਤੋਂ ਕੀਤੀ ਗਈ ਹੈ। ਕ੍ਰਿਕਟ ਕੀ ਹੈ ਆਬਜੈਕਟ ਹੈ। ਸੋ ਅਸੀਂ ਅੱਗੇ ਦੇਖਦੇ ਹਾਂ ਯੂਜ਼ਸ ਆਫ ਪਾਸਟ ਕੰਟੀਨਿਊਸ ਟੈਂਸ ਕੇ ਪਾਸਟ ਕੰਟੀਨਿਊਸ ਟੈਂਸ ਅਸੀਂ ਕਿੱਥੇ ਕਿਸ ਹਾਲਾਤ ਨੂੰ ਦੱਸਣ ਵਾਸਤੇ ਯੂਜ਼ ਕਰਦੇ ਹਾਂ। ਟੂ ਡਿਨੋਟ ਐਨ ਐਕਸ਼ਨ ਗੋਇੰਗ ਔਨ ਐਟ ਸਮ ਟਾਈਮ ਇਨ ਦਾ ਪਾਸਟ, ਉਹ ਐਕਸ਼ਨ ਜਾਂ ਉਹ ਕੰਮ ਜੋ ਪਾਸਟ ਵਿੱਚ ਕੁਝ ਸਮਾਂ ਚੱਲਿਆ ਹੋਵੇ। The time of action may or may not be indicate, may be ਹੋ ਸਕਦਾ ਆ ਕਿ ਸੈਂਟੈਂਸ ਦੇ ਨਾਲ ਟਾਈਮ ਨੂੰ ਦਰਸਾਇਆ ਗਿਆ ਹੋਵੇ, ਤੇ ਇਹ ਵੀ ਹੋ ਸਕਦਾ ਆ ਕਿ ਸੈਂਟੈਂਸ ਦੇ ਨਾਲ ਟਾਈਮ ਨੂੰ ਨਾ ਦਰਸਾਇਆ ਗਿਆ ਹੋਵੇ। ਇਸ ਦੇ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ, ਪਰ ਮੇਨ ਜਿਹੜਾ ਕੰਮ ਇਹ ਹੈ ਕਿ ਜਿਹੜਾ ਐਕਸ਼ਨ ਜਿਹੜਾ ਹੈ ਪਾਸਟ ਵਿੱਚ ਕੁਝ ਲੰਮਾ ਸਮਾਂ ਚੱਲਿਆ ਹੋਵੇ ਤੇ ਹੁਣ ਉਹ ਖਤਮ ਹੋ ਚੁੱਕਿਆ ਹੋਵੇ, ਉਸ ਨੂੰ ਇੰਡੀਕੇਟ ਕਰਨ ਵਾਸਤੇ ਅਸੀਂ ਪਾਸਟ ਕੰਟੀਨਿਊਸ ਟੈਂਸ ਦੀ ਵਰਤੋਂ ਕਰਦੇ ਹਾਂ। ਐਗਜ਼ਾਮਪਲ ਦੇਖੋ, ਇਟ ਵਾਸ ਗੈਟਿੰਗ ਡਾਰਕਰ। ਇਟ ਵਾਸ ਗੈਟਿੰਗ ਡਾਰਕਰ ਮੀਨਸ ਹਨੇਰਾ ਹੋ ਰਿਹਾ ਸੀ, ਮੀਨਸ ਹੁਣ ਹਨੇਰਾ ਹੋ ਚੁੱਕਿਆ ਹੈ। ਇਹ ਉਦੋਂ ਦੀ ਸਮੇਂ ਨੂੰ ਦਰਸਾਇਆ ਗਿਆ ਹੈ ਜਦੋਂ ਹਜੇ ਹਨੇਰਾ ਹੋ ਚੁੱਕਿਆ ਸੀ, ਪਰ ਹੁਣ ਹਨੇਰਾ ਹੋ ਚੁੱਕਿਆ ਹੈ, ਇਸ ਕਰਕੇ ਇਹਨੂੰ ਇਟ ਵਾਸ ਗੈਟਿੰਗ ਡਾਰਕਰ ਕਿਹਾ ਗਿਆ ਹੈ। ਟੈਕਸਟ ਦੇਖੋ, We were listening to the radio all evening, यानी कि ਹੁਣ ਸ਼ਾਮ ਬੀਤ ਚੁੱਕੀ ਹੈ, ਪਰ ਉਹ ਸ਼ਾਮ ਦੇ ਸਮੇਂ ਕੀ ਕਰਦੇ ਰਹੇ, ਸਾਰੇ ਸ਼ਾਮ ਉਹ ਰੇਡੀਓ ਨੂੰ ਸੁਣਦੇ ਰਹੇ। ਪਰ ਹੁਣ ਸ਼ਾਮ ਬੀਤ ਚੁੱਕੀ ਹੈ, ਰਾਤ ਹੋ ਚੁੱਕੀ ਹੈ, ਇਸ ਕਰਕੇ ਸ਼ਾਮ ਦੇ ਸਮੇਂ ਨੂੰ ਦਰਸਾਉਣ ਵਾਸਤੇ ਉਹਨਾਂ ਨੇ ਇਹ ਜੋ ਹੈ ਪਾਸਟ ਕੰਟੀਨਿਊਸ ਟੈਂਸ ਦੀ ਵਰਤੋਂ ਕੀਤੀ ਹੈ। When a new action happened in the middle of a longer action, ਆਂਦਾ ਜਦੋਂ ਕੋਈ ਨਵਾਂ ਐਕਸ਼ਨ ਜਾਂ ਨਵਾਂ ਕੰਮ ਹੁੰਦਾ ਹੈ ਉਸ ਕੰਮ ਦੇ ਵਿਚਕਾਰ ਜੋ ਕਿ ਕਾਫੀ ਲੰਮਾ ਸਮਾਂ ਚੱਲਿਆ ਹੋਵੇ। ਇਨ ਦਿਸ ਕੇਸ ਪਾਸਟ ਸਿੰਪਲ ਹੈ, ਪਾਸਟ ਕੰਟੀਨਿਊਸ। ਇਸ ਕੇਸ ਵਿੱਚ ਕੀ ਕਰਦੇ ਹਾਂ ਅਸੀਂ, ਪਾਸਟ ਕੰਟੀਨਿਊਸ ਤੇ ਪਾਸਟ ਸਿੰਪਲ ਪਾਸਟ ਜਾਂ ਪਾਸਟ ਇੰਡੈਫਿਨਿਟ ਨੂੰ ਇਕੱਠਿਆਂ ਯੂਜ਼ ਕਰਦੇ ਹਾਂ। ਪਾਸਟ ਸਿੰਪਲ ਯੂਜ਼ ਫਾਰ ਨਿਊ ਐਕਸ਼ਨ, ਜਿਹੜਾ ਨਵਾਂ ਐਕਸ਼ਨ ਲੰਮੇ ਸਮੇਂ ਕੰਮ ਚੱਲਣ ਵਿੱਚ ਹੋਇਆ ਹੋਵੇ ਉਹਨੂੰ ਪਾਸਟ ਇੰਡੈਫੀਨੇਟ ਹੀ ਕਹਾਂਗੇ। ਇਹ ਵੀ ਜੋ ਇੰਡੈਫੀਨੇਟ ਵਿੱਚ ਅਸੀਂ ਗੱਲ ਕਹੀਏ ਉਸੇ ਗੱਲ ਵੱਲ ਇਸ਼ਾਰਾ ਕਰਦਾ ਹੈ, ਪਰ ਇਹ ਹੈ ਕਿ ਇਹਨੂੰ ਡਿਫਰੈਂਟ ਵਰਡਾਂ ਵਿੱਚ ਡਿਫਰੈਂਟ ਤਰੀਕੇ ਦੇ ਨਾਲ ਦਰਸਾਇਆ ਗਿਆ ਹੈ। ਐਗਜ਼ਾਮਪਲ ਦੇਖੋ, The light went out while I was reading। ਜੋ I was reading ਹੈ ਇਹ ਪਾਸਟ ਕੰਟੀਨਿਊਸ ਹੈ, ਤੇ light went out ਜੋ ਹੈ ਇਹ ਸਿੰਪਲ ਪਾਸਟ ਦੀ ਵਰਤੋਂ ਕੀਤੀ ਗਈ ਹੈ ਪਾਸਟ ਕੰਟੀਨਿਊਸ ਵਿੱਚ। ਇਹਦਾ ਮਤਲਬ ਹੈ ਕਿ ਜਦੋਂ ਮੈਂ ਪੜ੍ਹ ਰਿਹਾ ਸੀ ਉਸ ਸਮੇਂ ਦੇ ਵਿਚਕਾਰ ਬੱਤੀ ਚਲੀ ਗਈ। ਸੋ ਇਹ ਐਗਜ਼ਾਮਪਲ ਸੀ ਇਹਦੀ। ਔਰ ਅੱਗੇ ਅਸੀਂ ਦੇਖਦੇ ਹਾਂ ਪਾਸਟ ਪਰਫੈਕਟ ਟੈਂਸ। ਸੋ ਪਾਸਟ ਪਰਫੈਕਟ ਟੈਂਸ ਦੀ ਅਸੀਂ ਦੇਖਦੇ ਹਾਂ ਸਬਜੈਕਟ ਪਲੱਸ ਹੈਡ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਆਬਜੈਕਟ। ਠੀਕ ਹੈ, ਇਹਦੇ ਵਿੱਚ ਅਸੀਂ ਹੈਡ ਦਾ ਯੂਜ਼ ਕਰਦੇ ਹਾਂ ਵਰਬ ਦੀ ਥਰਡ ਫਾਰਮ ਦੇ ਨਾਲ। ਇੱਥੇ ਇੱਕ ਗੱਲ ਅਸੀਂ ਹਮੇਸ਼ਾ ਯਾਦ ਰੱਖੀਏ ਕਿ ਵਰਬ ਦੀ ਥਰਡ ਫਾਰਮ ਜਿਹੜੀ ਹੈ ਉਹ ਆਲਵੇਜ਼ ਐਂਡ ਆਲਵੇਜ਼ ਪਰਫੈਕਟ ਦੇ ਵਿੱਚ ਲੱਗਦੀ ਹੈ, ਚਾਹੇ ਉਹ ਪ੍ਰੈਜ਼ੈਂਟ ਹੋਵੇ, ਚਾਹੇ ਪਾਸਟ ਹੋਵੇ, ਚਾਹੇ ਫਿਊਚਰ ਹੋਵੇ। ਠੀਕ ਹੈ, ਥੱਲੇ ਲਿਖਿਆ ਵੀ ਹੈ ਆਲਵੇਜ਼ ਯੂਜ਼ ਵਰਬ ਦੀ ਥਰਡ ਫਾਰਮ ਵਿਦ ਹੈਜ਼ ਹੈਵ ਐਂਡ ਹੈਵ, ਕਿ ਹਮੇਸ਼ਾ ਹੈਜ਼ ਹੈਵ ਜਾਂ ਹੈਡ ਦੇ ਨਾਲ ਹੀ ਵਰਬ ਦੀ ਥਰਡ ਫਾਰਮ ਨੂੰ ਯੂਜ਼ ਕਰੋ। ਦੇਖੋ, ਸ਼ੀ ਹੈਡ ਕੁਕਡ ਫੂਡ। ਸ਼ੀ ਜੋ ਹੈ ਉਹ ਸਬਜੈਕਟ ਹੈ,
हैड जो है वो हेल्पिंग वर्ब है जो कि डिनोट करता है कि पास्ट परफेक्ट है। कुक्ड जो है वर्ब दी थर्ड फॉर्म है। फूड जो है वो ऑब्जेक्ट है। दे हैड प्लेड अ मैच, दे जो कि सब्जेक्ट है, हैड जो कि है हेल्पिंग वर्ब है जो डिनोट करता है परफेक्ट ਨੂੰ, played जो कि वर्ब ਦੀ थर्ड फॉर्म है, ਆ मैच जो कि एक तरह ਦਾ ਕੀ ਹੈ ऑब्जेक्ट है। ਇੱਥੇ ਤੁਸੀਂ ਦੇਖੋ ਕਿ she ਸਿੰਗੂਲਰ ਹੈ, ਦੇ ਪਲੂਰਲ ਹੈ, ਫਿਰ ਵੀ ਦੋਨਾਂ ਦੇ ਨਾਲ ਹੈਡ ਦਾ ਹੀ ਯੂਜ਼ ਕੀਤਾ ਗਿਆ ਹੈ, ਕਿਸੇ ਤਰ੍ਹਾਂ ਦੇ ਨਾਲ ਹੋਰ ਕੋਈ ਚੀਜ਼ ਦਾ ਯੂਜ਼ ਨਹੀਂ ਕੀਤਾ ਗਿਆ। ਯਾਨੀ ਕਿ ਸਬਜੈਕਟ ਚਾਹੇ ਪਲੂਰਲ ਹੋ ਜਾਏ ਚਾਹੇ ਸਿੰਗੂਲਰ ਹੋ ਜਾਏ ਉਸ ਦਾ ਇੰਪੈਕਟ ਪਰਫੈਕਟ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਵੀ ਹੈਲਪਿੰਗ ਵਰਬ ਜਾਂ ਮੇਨ ਵਰਬ ਦੇ ਉੱਪਰ ਨਹੀਂ ਪੈਂਦਾ ਹੈ। ਅੱਗੇ ਅਸੀਂ ਦੇਖਦੇ ਹਾਂ ਯੂਜ਼ਸ ਆਫ ਪਾਸਟ ਪਰਫੈਕਟ ਟੈਂਸ ਕਿ ਪਾਸਟ ਪਰਫੈਕਟ ਟੈਂਸ ਨੂੰ ਅਸੀਂ ਕਿੱਥੇ ਕਿੱਥੇ ਯੂਜ਼ ਕਰ ਸਕਦੇ ਹਾਂ। ਵੈਨ ਟੂ ਐਕਸ਼ਨਸ ਹੈਪਨਡ ਇਨ ਦਾ ਪਾਸਟ ਕਿ ਜਦੋਂ ਦੋ ਕੰਮ ਪਾਸਟ ਵਿੱਚ ਹੋਏ ਹੋਣ। ਇਨ ਦਿਸ ਕੇਸ ਇਟ ਇਜ਼ ਨੈਸੈਸਰੀ ਟੂ ਸ਼ੋ ਵਿਚ ਐਕਸ਼ਨ ਹੈਪਨ ਅਰਲੀਅਰ ਦੈਨ ਦਾ ਅਦਰ। ਇਸ ਕੇਸ ਵਿੱਚ ਇਹ ਜ਼ਰੂਰੀ ਹੈ ਦੱਸਣਾ ਕਿ ਕਿਹੜਾ ਐਕਸ਼ਨ ਪਹਿਲਾਂ ਹੋਇਆ ਸੀ ਅਤੇ ਕਿਹੜਾ ਐਕਸ਼ਨ ਉਸ ਤੋਂ ਬਾਅਦ ਹੋਇਆ ਸੀ। ਫਾਰ ਐਗਜ਼ਾਮਪਲ ਅਸੀਂ ਸਕੂਲ ਦੇ ਪੀਰੀਅਡ ਦੀ ਐਗਜ਼ਾਮਪਲ ਲੈ ਲੈਂਦੇ ਹਾਂ। ਜੇ ਸਕੂਲ ਦੇ ਵਿੱਚ ਫਸਟ ਪੀਰੀਅਡ ਲੱਗਾ ਹੈ ਦੈਨ ਉਸ ਤੋਂ ਬਾਅਦ ਸੈਕਿੰਡ ਪੀਰੀਅਡ ਲੱਗਾ ਹੈ। ਜੋ ਫਸਟ ਪੀਰੀਅਡ ਹੈ ਉਹ ਜਾਂ ਪਹਿਲਾਂ ਦਾ ਹੋਇਆ ਕੰਮ ਹੈ, ਜੋ ਸੈਕਿੰਡ ਪੀਰੀਅਡ ਹੈ ਉਹ ਸਾਡਾ ਉਸ ਤੋਂ ਬਾਅਦ ਹੋਇਆ ਕੰਮ ਹੈ। ਜਿਹੜਾ ਫਸਟ ਪੀਰੀਅਡ ਹੋਏਗਾ ਉਹ ਸਾਡਾ ਹੋਏਗਾ ਪਾਸਟ ਪਰਫੈਕਟ ਟੈਂਸ ਅਤੇ ਜਿਹੜਾ ਸੈਕਿੰਡ ਪੀਰੀਅਡ ਹੋਏਗਾ ਉਹ ਹੋਏਗਾ ਸਾਡਾ ਸਿੰਪਲ ਪਾਸਟ ਟੈਂਸ। ਐਗਜ਼ਾਮਪਲ ਦੇ ਤੌਰ 'ਤੇ ਇੱਥੇ ਅਸੀਂ ਦੇਖ ਲਈਏ ਕੀ ਐਗਜ਼ਾਮਪਲ ਹੈ। ਵੈਨ ਆਈ ਰੀਚ ਦਾ ਸਟੇਸ਼ਨ ਦਾ ਟ੍ਰੇਨ ਹੈਡ ਸਟਾਰਟਡ। ਠੀਕ ਹੈ, ਆਂਦਾ ਜਦੋਂ ਮੈਂ ਸਟੇਸ਼ਨ ਪੁੱਜਾ ਤਾਂ ਟ੍ਰੇਨ ਹੈਡ ਸਟਾਰਟਡ ਜਿਹੜੀ ਰੇਲ ਗੱਡੀ ਸੀ ਉਹ ਤੁਰ ਚੁੱਕੀ ਸੀ। ਦੇਖੋ ਵੈਨ ਆਈ ਰੀਚ ਦਾ ਸਟੇਸ਼ਨ, ਜੋ ਵੈਨ ਆਈ ਰੀਚ ਦਾ ਸਟੇਸ਼ਨ ਹੈ ਇਹ ਉਹਨਾਂ ਨੇ ਸਿੰਪਲ ਪਾਸ ਜਾਂ ਪਾਸ ਇੰਡੈਫੀਨਿਟ ਵਿੱਚ ਦਿੱਤਾ ਗਿਆ ਹੈ। ਅਤੇ ਜਿਹੜਾ ਇਸ ਤੋਂ ਪਹਿਲਾਂ ਕੰਮ ਹੋਇਆ ਸੀ ਕਿ ਟ੍ਰੇਨ ਤੁਰ ਚੁੱਕੀ ਸੀ ਉਹਨੂੰ ਉਹਨਾਂ ਨੇ ਕਿਹਦੇ ਵਿੱਚ ਦਰਸਾਇਆ ਗਿਆ ਹੈ, ਉਹਨੂੰ ਉਹਨਾਂ ਨੇ ਦਰਸਾਇਆ ਗਿਆ ਹੈ ਪਾਸਟ ਪਰਫੈਕਟ ਦੇ ਵਿੱਚ। ਦਾ ਟ੍ਰੇਨ ਹੈਡ ਸਟਾਰਟਡ। ਠੀਕ ਹੈ, ਯਾਨੀ ਕਿ ਜਦੋਂ ਦੋ ਲਗਾਤਾਰ ਕੰਮ ਹੋ ਕੇ ਖਤਮ ਹੋ ਚੁੱਕੇ ਹੋਣ ਤਾਂ ਜਿਹੜਾ ਪਹਿਲਾ ਕੰਮ ਖਤਮ ਹੋਇਆ ਹੋਵੇ ਉਹ ਪਾਸਟ ਪਰਫੈਕਟ ਹੁੰਦਾ ਹੈ, ਜਿਹੜਾ ਉਸ ਤੋਂ ਬਾਅਦ 'ਚ ਕੰਮ ਖਤਮ ਹੋਇਆ ਹੋਵੇ ਉਹ ਸਿੰਪਲ ਪਾਸਟ ਟੈਂਸ ਹੁੰਦਾ ਹੈ। ਜਿਸ ਤਰ੍ਹਾਂ ਮੈਂ ਐਗਜ਼ਾਮਪਲ ਲਈ ਸੀ ਤੁਹਾਡੇ ਸਕੂਲ ਦੇ ਪੀਰੀਅਡ ਦੀ ਕਿ ਜਿਹੜਾ ਫਸਟ ਪੀਰੀਅਡ ਲੱਗਾ ਹੈ ਉਹ ਤੁਹਾਡਾ ਪਾਸਟ ਪਰਫੈਕਟ ਹੈ, ਜਿਹੜਾ ਸੈਕਿੰਡ ਪੀਰੀਅਡ ਲੱਗਾ ਹੈ ਉਹ ਤੁਹਾਡਾ ਸਿੰਪਲ ਪਾਸਟ ਹੈ, ਅਤੇ ਜੇ ਅਸੀਂ ਹੁਣ ਵਰਤਮਾਨ ਵਿੱਚ ਥਰਡ ਪੀਰੀਅਡ ਚੱਲ ਰਿਹਾ ਹੈ ਤਾਂ ਉਹ ਸਿੰਪਲ ਪ੍ਰੈਜ਼ੈਂਟ ਟੈਂਸ ਹੋਵੇਗਾ। ਠੀਕ ਹੈ, ਆਹ ਦੇਖੋ ਇੱਕ ਹੋਰ ਉਸੇ ਚੀਜ਼ ਨੂੰ ਹੋਰ ਵਰਡਸ ਵਿੱਚ ਦਰਸਾਇਆ ਗਿਆ, ਇਹਨੂੰ ਦੇਖਦੇ ਹਾਂ ਅਸੀਂ। ਐਨ ਐਕਸ਼ਨ ਦੈਟ ਬਿਗਨ ਬਿਫੋਰ ਅ ਸਰਟੇਨ ਪੁਆਇੰਟ ਆਫ ਟਾਈਮ ਇਨ ਦਾ ਪਾਸਟ ਹੈ, ਉਹ ਐਕਸ਼ਨ ਜੋ ਕਿ ਸਮੇਂ ਦੇ ਇੱਕ ਪੁਆਇੰਟ ਤੋਂ ਪਹਿਲਾਂ ਸ਼ੁਰੂ ਹੋਇਆ ਹੋਵੇ ਪਾਸਟ ਵਿੱਚ। ਐਂਡ ਵਾਸ ਕੰਟੀਨਿਊਇੰਗ ਐਟ ਦਾ ਪੁਆਇੰਟ ਆਫ ਦਾ ਟਾਈਮ ਸੈਂਟੈਂਸ, ਅਤੇ ਜਿਹੜਾ ਟਾਈਮ ਸੈਂਟੈਂਸ ਵਿੱਚ ਦਰਸਾਇਆ ਗਿਆ ਹੋਵੇ ਉਸ ਤੋਂ ਪਹਿਲਾਂ ਹੀ ਉਹ ਖਤਮ ਹੋ ਚੁੱਕਿਆ ਹੋਵੇ। ਐਮ ਟਾਈਮ ਐਕਸਪ੍ਰੈਸ਼ਨ ਲਾਈਕ ਸਿੰਸ ਲਾਸਟ ਈਅਰ ਫਾਰ ਲਾਸਟ ਫਿਊ ਡੇਜ਼ ਜਨਰਲੀ ਪੁੱਟ ਆਫਟਰ ਆ ਪਰਫੈਕਟ ਕੰਟੀਨਿਊ। ਇਹ ਤਾਂ ਪਰਫੈਕਟ ਕੰਟੀਨਿਊਸ ਦੀ ਗੱਲ ਆ ਗਈ ਹੈ। ਠੀਕ ਹੈ, ਇਹ ਉਹਨਾਂ ਨੇ ਪਰਫੈਕਟ ਕੰਟੀਨਿਊਸ ਦੇ ਵਿੱਚ ਦਰਸਾ ਦਿੱਤਾ ਹੈ ਨਾਲ ਹੀ ਇਹਦੇ, ਪਰ ਇਹ ਪਰਫੈਕਟ ਕੰਟੀਨਿਊਸ ਵਿੱਚ ਆਏਗਾ, ਇਹਨੂੰ ਅਸੀਂ ਅੱਗੇ ਦੇਖਦੇ ਹਾਂ। ਅੱਗੇ ਲਾਸਟ ਹੈ ਪਾਸਟ ਪਰਫੈਕਟ ਕੰਟੀਨਿਊਸ। ਪਾਸਟ ਪਰਫੈਕਟ ਕੰਟੀਨਿਊਸ ਅਸੀਂ ਦੇਖਦੇ ਹਾਂ ਕੀ ਹੁੰਦਾ ਹੈ। ਸਬਜੈਕਟ ਪਲੱਸ ਹੈਡ ਬੀਨ ਪਲੱਸ ਵਰਬ ਦੀ ਫਸਟ ਫਾਰਮ ਦੇ ਨਾਲ ING ਪਲੱਸ ਆਬਜੈਕਟ। ਠੀਕ ਹੈ, ਸਬਜੈਕਟ ਤੋਂ ਬਾਅਦ ਦੇਖੋ ਪਾਸਟ ਪਰਫੈਕਟ ਕੰਟੀਨਿਊਸ ਵਿੱਚ ਵੀ ਪਾਸਟ ਪਰਫੈਕਟ ਅਤੇ ਕੰਟੀਨਿਊਸ ਦੋਨਾਂ ਨੂੰ ਕੰਬਾਈਨ ਕਰਕੇ ਬਣਾਇਆ ਗਿਆ ਹੋਇਆ ਹੈ ਪਾਸਟ ਪਰਫੈਕਟ ਕੰਟੀਨਿਊਸ, ਜਿਹਦੇ ਵਿੱਚ ਸਬਜੈਕਟ ਦੋਨਾਂ ਵਿੱਚ ਕਾਮਨ ਹੈ ਉਹਨੂੰ ਲੈ ਲਿਆ ਗਿਆ ਹੈ। ਅਤੇ ਹੈਡ ਜਿਹੜਾ ਹੈ ਉਹ ਸਿੰਗੂਲਰ ਨੂੰ ਵੀ ਡਿਨੋਟ ਕਰਦਾ ਹੈ, ਪਲੂਰਲ ਨੂੰ ਵੀ ਡਿਨੋਟ ਕਰਦਾ ਹੈ, ਇਸ ਕਰਕੇ ਵਾਸ ਵਰ ਦੀ ਜਗ੍ਹਾ ਇਹਨੂੰ ਲੈ ਲਿਆ ਹੈ। ਬੀਨ ਜੋ ਹੈ ਵਰਬ ਦੀ ਥਰਡ ਫਾਰਮ ਨੂੰ ਡਿਨੋਟ ਕਰਦੀ ਹੈ, ਇਸ ਕਰਕੇ ਪਰਫੈਕਟ ਸ਼ੋਅ ਕਰਨ ਵਾਸਤੇ ਉਹਨਾਂ ਨੇ ਬੀਨ ਲੈ ਲਈ ਗਈ ਹੈ। ਅਤੇ ਵਰਬ ਦੀ ਫਸਟ ਫਾਰਮ ਪਲੱਸ ING ਜੋ ਕਿ ਕੰਟੀਨਿਊਸ ਨੂੰ ਡਿਨੋਟ ਕਰਦੀ ਹੈ ਉਹਨੂੰ ਸ਼ੋਅ ਕਰਨ ਵਾਸਤੇ ਉਹਨਾਂ ਨੇ ਇਹਨੂੰ ਲੈ ਲਿਆ ਗਿਆ ਹੈ। ਐਗਜ਼ਾਮਪਲ ਦੇ ਤੌਰ 'ਤੇ ਅਸੀਂ ਦੇਖਦੇ ਹਾਂ। ਇਟ ਹੈਡ ਬੀਨ ਰੇਨਿੰਗ ਸਿੰਸ ਮੋਰਨਿੰਗ, ਕਿ ਸੁਬਾਹ ਤੋਂ ਹੀ ਵਰਖਾ ਹੋ ਰਹੀ ਸੀ। ਠੀਕ ਹੈ, ਕੰਮ ਬੀਤ ਚੁੱਕਿਆ ਹੈ। ਇਟ ਜੋ ਕਿ ਸਬਜੈਕਟ ਹੈ,
हैड हेल्पिंग वर्ब है, बीन वर्ब की थर्ड फॉर्म डिनोट करती है परफेक्ट नूं, रेनिंग मेन वर्ब है, नाल फर्स्ट फॉर्म वर्ब की फर्स्ट फॉर्म यूज की गई है। सिंस जो है वो टाइम डिनोट कर रहा है मंडे। ਪਹਿਲਾਂ ਹੀ ਮੈਂ ਦੱਸਿਆ ਸੀ ਕਿ ਸਿੰਸ ਉੱਥੇ ਯੂਜ਼ ਕਰਦੇ ਹਾਂ ਜਿੱਥੇ ਟਾਈਮ ਦਾ ਸਾਨੂੰ ਪੱਕਾ ਪਤਾ ਹੋਵੇ, ਸਾਡੀ ਕਮਾਂਡ ਹੋਵੇ ਟਾਈਮ 'ਤੇ, ਉਹਦੇ ਵਾਸਤੇ ਅਸੀਂ ਸਿੰਸ ਯੂਜ਼ ਕਰਦੇ ਹਾਂ। ਅਤੇ ਜਿੱਥੇ ਸਾਨੂੰ ਟਾਈਮ ਦਾ ਪੱਕਾ ਪਤਾ ਨਾ ਹੋਵੇ, ਸਾਡੀ ਕਮਾਂਡ ਨਾ ਹੋਵੇ ਟਾਈਮ ਦੇ ਉੱਪਰ, ਉੱਥੇ ਅਸੀਂ ਯੂਜ਼ ਕਰਨ ਵਾਸਤੇ ਅਸੀਂ ਫਾਰ ਦਾ ਯੂਜ਼ ਕਰਦੇ ਹਾਂ। ਆਹ ਦੇਖੋ, आई हैड बीन लिविंग इन इंडिया फॉर 3 years, ठीक है, कि पिछले 3 ਸਾਲਾਂ ਤੋਂ ਮੈਂ ਇੰਡੀਆ 'ਚ ਲੈ ਰਿਹਾ ਹਾਂ, ਪਰ ਇਹ ਨਹੀਂ ਪਤਾ ਕਿ ਕਿਹੜੇ ਸਾਲ ਵਿੱਚ ਕਿਸ ਟਾਈਮ ਉੱਤੇ ਕਿਸ ਦਿਨ ਕਿਸ ਮਹੀਨੇ ਮੈਂ ਰਹਿਣ ਜਾਂ ਕਿਸ ਹਫਤੇ ਮੈਂ ਰਹਿਣ ਆਇਆ ਸੀ, ਇਸ ਕਰਕੇ ਇੱਥੇ ਆਪਾਂ ਫਾਰ ਦਾ ਯੂਜ਼ ਕੀਤਾ ਹੈ। ਠੀਕ ਹੈ, ਹੁਣ ਅਸੀਂ ਦੇਖਦੇ ਹਾਂ ਕਿ ਪਾਸਟ ਪਰਫੈਕਟ ਕੰਟੀਨਿਊਸ ਦੀ ਯੂਜ਼ ਕੀ ਹੁੰਦੀ ਹੈ। ਆ ਦੇਖੋ, an action that began before a certain point of time in the past and was continues at the given point of time in the sentences are time expression। ठीक है, ਉਹ ਐਕਸ਼ਨ ਜੋ ਕਿ ਪਾਸਟ ਵਿੱਚ ਸ਼ੁਰੂ ਹੋਇਆ ਹੋਵੇ, ਫਿਰ ਕੁਝ ਸਮਾਂ ਚੱਲ ਕੇ ਉਹ ਪਾਸਟ ਵਿੱਚ ਹੀ ਖਤਮ ਹੋ ਗਿਆ ਹੋਵੇ, ਉਸ ਐਕਸ਼ਨ ਨੂੰ ਦਰਸਾਉਣ ਵਾਸਤੇ ਅਸੀਂ ਪਾਸਟ ਪਰਫੈਕਟ ਕੰਟੀਨਿਊਸ ਟੈਂਸ ਦੀ ਵਰਤੋਂ ਕਰਦੇ ਹਾਂ। ਮੈਂ ਦੁਬਾਰਾ ਦੇਖਦਾ ਹਾਂ। We use the past perfect continuous to show that something started in the past, कि ਉਹ ਚੀਜ਼ ਜੋ ਪਾਸਟ ਵਿੱਚ ਕੰਮ ਸ਼ੁਰੂ ਹੋਇਆ ਹੋਵੇ, and continued up to till another time in the past, ਤੇ ਕੁਝ ਸਮਾਂ ਪਾਸਟ ਵਿੱਚ ਹੀ ਚੱਲਿਆ ਹੋਵੇ, ਜਿਵੇਂ 5 ਮਿੰਟ 2 ਘੰਟੇ ਜਾਂ ਇਸ ਤੋਂ ਜ਼ਿਆਦਾ, ਤੇ ਪਾਸਟ ਵਿੱਚ ਹੀ ਫਿਰ ਉਹ ਖਤਮ ਹੋ ਗਿਆ ਹੋਵੇ, ਉਹਨੂੰ ਅਸੀਂ ਪਾਸਟ ਪਰਫੈਕਟ ਕੰਟੀਨਿਊਸ ਦੇ ਵਿੱਚ ਯੂਜ਼ ਕਰਦੇ ਹਾਂ। ਠੀਕ ਹੈ ਸਟੂਡੈਂਟਸ, ਸੋ ਨੈਕਸਟ ਅਸੀਂ ਜਾ ਰਹੇ ਹਾਂ ਅਸੀਂ ਫਿਊਚਰ ਇੰਡੈਫੀਨੇਟ ਟੈਂਸ। ਫਿਊਚਰ ਟੈਂਸ ਦਾ ਯੂਜ਼ ਅਸੀਂ ਬਹੁਤ ਰੇਅਰ ਕਰਦੇ ਹਾਂ, ਘੱਟ ਕਰਦੇ ਹਾਂ, ਪਰ ਫਿਰ ਵੀ ਕਿਉਂਕਿ ਫਿਊਚਰ ਨੂੰ ਅਸੀਂ ਹਰ ਕੰਮ ਜੋ ਹੈ ਫਿਊਚਰ ਲਈ ਕਰਦੇ ਹਾਂ, ਅਸੀਂ ਪੜ੍ਹਦੇ ਹਾਂ ਉਹ ਫਿਊਚਰ ਲਈ, ਖਾਣਾ ਖਾਂਦੇ ਹਾਂ ਉਹ ਫਿਊਚਰ ਲਈ। ਠੀਕ ਹੈ, ਮੀਨ ਜ਼ਿੰਦਗੀ ਦੇ ਮੋਸਟ ਆਫ ਕੰਮ ਜਿਹੜੇ ਆ ਅਸੀਂ ਫਿਊਚਰ ਲਈ ਕਰਦੇ ਹਾਂ। ਠੀਕ ਹੈ, ਅਸੀਂ ਜੋਬ ਕਰਦੇ ਹਾਂ ਉਹ ਫਿਊਚਰ ਲਈ, ਇਸ ਕਰਕੇ ਫਿਊਚਰ ਟੈਂਸ ਨੂੰ ਪੜ੍ਹਨਾ ਕਾਫੀ ਜ਼ਰੂਰੀ ਹੈ, ਪਰ ਫਿਰ ਵੀ ਇਹਦਾ ਯੂਜ਼ ਕਾਫੀ ਰੇਅਰ ਹੁੰਦਾ ਹੈ, ਘੱਟ ਹੁੰਦਾ ਹੈ। ਠੀਕ ਹੈ, ਫਿਰ ਵੀ ਅਸੀਂ ਇਹਨੂੰ ਜਾਣਦੇ ਹਾਂ ਫਿਊਚਰ ਇੰਡੈਫੀਨਿਟ ਟੈਂਸ ਕੀ ਹੁੰਦਾ ਹੈ। ਫਿਊਚਰ ਇੰਡੈਫੀਨਿਟ ਟੈਂਸ ਵਿੱਚ ਅਸੀਂ ਸਬਜੈਕਟ ਪਲੱਸ ਵਿਲ ਜਾਂ ਸ਼ੈਲ ਪਲੱਸ ਆਬਜੈਕਟ ਦੀ ਯੂਜ਼ ਕਰਦੇ ਹਾਂ। ਵਿਲ ਯੂਜ਼ ਹੁੰਦਾ ਹੈ ਹੀ, ਸ਼ੀ, ਇਟ, ਦੇ, ਜਿੰਨੇ ਵੀ ਸਬਜੈਕਟਸ ਨੇ ਵਰਬ ਨੇ ਉਹਨਾਂ ਦੇ ਨਾਲ ਵਿਲ ਯੂਜ਼ ਹੁੰਦਾ ਹੈ, ਅਤੇ ਸ਼ੈਲ ਦਾ ਯੂਜ਼ ਕੇਵਲ ਅਤੇ ਕੇਵਲ ਆਈ ਦੇ ਨਾਲ ਹੁੰਦਾ ਹੈ। ਪਰ ਅੱਜ ਕੱਲ੍ਹ ਅਸੀਂ ਕਾਮਨਲੀ ਵਿਲ ਵੀ ਯੂਜ਼ ਕਰ ਰਹੇ ਹਾਂ, ਆਈ ਦੇ ਨਾਲ ਮੋਸਟ ਤੌਰ 'ਤੇ ਯੂਜ਼ ਕੀਤਾ ਜਾਂਦਾ ਹੈ। ਪਰ ਇਹਦੇ ਪਿੱਛੇ ਇੱਕ ਹੋਰ ਕੰਡੀਸ਼ਨ ਹੈ, ਉਹ ਵੀ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਜਿੱਥੇ ਫਿਊਚਰ ਵਿੱਚ ਕੰਮ ਹੋਣ ਦੀ ਪੋਸੀਬਿਲਿਟੀ ਕਾਫੀ ਘੱਟ ਹੋਵੇ, ਉਸ ਸਿਚੁਏਸ਼ਨ ਵਾਸਤੇ ਅਸੀਂ ਸ਼ੈਲ ਦਾ ਯੂਜ਼ ਕਰਦੇ ਹਾਂ, ਅਤੇ ਜਿੱਥੇ ਕੰਮ ਹੋਣ ਦੀ ਪੋਸੀਬਿਲਿਟੀ ਫਿਊਚਰ ਵਿੱਚ ਕਾਫੀ ਜ਼ਿਆਦਾ ਹੋਵੇ ਅਤੇ ਕਾਫੀ ਚਾਂਸਿਸ ਹੋਣੇ ਕਿ ਉਹ ਕੰਮ ਨਾ ਹੋਵੇਗਾ ਫਿਊਚਰ ਵਿੱਚ, ਉੱਥੇ ਘੱਟ ਚਾਂਸ ਹੋਣਗੇ ਉਹ ਕੰਮ ਨਹੀਂ ਹੋਵੇਗਾ ਫਿਊਚਰ ਦੇ ਵਿੱਚ, ਉੱਥੇ ਅਸੀਂ ਵਿਲ ਦਾ ਯੂਜ਼ ਕਰਦੇ ਹਾਂ। ਆਹ ਦੇਖੋ, ਆਈ ਵਿਲ ਸ਼ੈਲ ਗੋ ਫਾਰ ਆ ਮੂਵੀ। ਆਈ ਜੋ ਸਬਜੈਕਟ ਹੈ, ਵਿਲ ਜੋ ਕਿ ਡਿਨੋਟ ਕਰਦਾ ਹੈ ਫਿਊਚਰ ਨੂੰ, ਗੋ ਜੋ ਕਿ ਵਰਬ ਦੀ ਫਸਟ ਫਾਰਮ ਹੈ, ਫਾਰ ਆ ਮੂਵੀ ਜੋ ਹੈ ਕਿ ਕੰਮ ਨੂੰ ਦਰਸਾ ਰਿਹਾ ਹੈ ਕਿ ਕਿਹੜੇ ਕੰਮ ਵਾਸਤੇ ਉਹ ਜਾਣਾ, ਯਾਨੀ ਕਿ ਆਬਜੈਕਟ ਕਹਿ ਸਕਦੇ ਇਹਨੂੰ ਅਸੀਂ। ਦੇ ਵਿਲ ਹੈਵ ਫਨ ਦੇਅਰ। ਦੇ ਵਿਲ ਹੈਵ ਫਨ, ਇੱਥੇ ਹੈਵ ਦਾ ਯੂਜ਼ ਇਸ ਕਰਕੇ ਕੀਤਾ ਹੈ ਅਸੀਂ ਕਿਉਂਕਿ ਸਾਡੇ ਕੋਲ ਕੋਈ ਵੀ ਮੇਨ ਵਰਬ ਨਹੀਂ ਹੈ। ਠੀਕ ਹੈ, ਸਾਡੇ ਕੋਲ ਕੋਈ ਵੀ ਆਬਜੈਕਟ ਹੈ, ਐਡਜੈਕਟਿਵ ਹੈ, ਪਰ ਮੇਨ ਵਰਬ ਨਹੀਂ ਹੈ, ਇਸ ਕਰਕੇ ਅਸੀਂ ਹੈਵ ਦਾ ਯੂਜ਼ ਕੀਤਾ। ਹੈਵ ਇਸ ਕਰਕੇ ਲਗਾਇਆ ਹੈ ਕਿਉਂਕਿ ਦੇ ਹੈ ਪਲੂਰਲ ਹੈ, ਜੇ ਇੱਥੇ ਸਿੰਗਲਰ ਹੁੰਦਾ ਹੀ ਵਿਲ ਹੈਵ, ਫਿਰ ਹੈਵ ਦਾ ਯੂਜ਼ ਕਰਨਾ ਸੀ। ਇਹ ਵੀ ਫਾਰਮੂਲਾ ਹੈ ਜੋ ਕਿ ਤੁਹਾਨੂੰ ਮੈਂ ਬਾਅਦ ਵਿੱਚ ਸਮਝਾਵਾਂਗਾ ਇਹਦੇ ਤਰੀਕੇ ਦੇ ਨਾਲ। ਅੱਗੇ ਯੂਜ਼ ਆਫ ਸਿੰਪਲ ਫਿਊਚਰ ਕਿੱਥੇ ਯੂਜ਼ ਕਰ, ਫਿਊਚਰ ਨੂੰ ਮੋਸਟਲੀ ਅਸੀਂ ਉਹ ਐਕਸ਼ਨ ਜੋ ਕਿ ਫਿਊਚਰ ਵਿੱਚ ਭਵਿੱਖ ਵਿੱਚ ਹੋਣਾ ਹੈ ਉਹਨੂੰ ਦਰਸਾਉਣ ਵਾਸਤੇ ਯੂਜ਼ ਕਰਦੇ ਹਾਂ, ਇਸ ਤੋਂ ਇਲਾਵਾ ਇਹਦਾ ਕੋਈ ਹੋਰ ਵੀ ਯੂਜ਼ ਨਹੀਂ ਹੈ। ਅੱਗੇ ਫਿਊਚਰ ਕੰਟੀਨਿਊਸ ਟੈਂਸ ਦੇਖਦੇ ਹਾਂ ਅਸੀਂ। ਇਹਦੇ ਵਿੱਚ ਸਬਜੈਕਟ ਪਲੱਸ ਵਿਲ ਸ਼ੈਲ ਦੇ ਨਾਲ ਬੀ ਪਲੱਸ ING
प्लस वर्ब दी फर्स्ट फॉर्म प्लस ऑब्जेक्ट यूज करते हैं। ठीक है, जिदा शी विल बी कुकिंग फूड, शी जो सब्जेक्ट है, विल फ्यूचर डिनोटर है, बी जो है डिनोट करता है कि ये जरा सॉरी कंटिन्यूस है। कुकिंग वर्ब दी फर्स्ट फॉर्म ਦੇ ਨਾਲ ing ਨਾਲ फूड लगाया हुआ है। ਅੱਗੇ ਤੁਸੀਂ ਦੇ ਸਕਦੇ ਹੋ। अगर यूजेस ऑफ फ्यूचर कंटिन्यू टेंस किनू कित्थे यूज होंदा है? रिप्रेजेंट एन एक्शन एज गोइंग ऑन एट सम टाइम इन द फ्यूचर, ਉਹ ਐਕਸ਼ਨ ਜੋ ਕਿ ਫਿਊਚਰ ਦੇ ਵਿੱਚ ਕੁਝ ਸਮਾਂ ਚੱਲਣਾ ਹੋਵੇ ਉਹਨੂੰ ਡਿਨੋਟ ਕਰਨ ਵਾਸਤੇ ਅਸੀਂ ਫਿਊਚਰ ਕੰਟੀਨਿਊਸ ਯੂਜ਼ ਕਰ ਸਕਦੇ ਹਾਂ। ਜਿੱਦਾਂ ਆਈ ਸ਼ੈਲ ਬੀ ਰੀਡਿੰਗ ਦਾ ਪੇਪਰ ਦੈਨ, ਕਿ ਫਿਰ ਮੈਂ ਨਿਊਜ਼ ਪੇਪਰ ਨੂੰ ਅਖਬਾਰ ਨੂੰ ਪੜ੍ਹਾਂਗਾ। ਹੁਣ ਅਖਬਾਰ ਅਸੀਂ 1 ਸੈਕਿੰਡ ਵਿੱਚ ਜਾਂ ਫ੍ਰਿਕਸ਼ਨ ਆਫ ਸੈਕਿੰਡ ਨਹੀਂ ਪੜ੍ਹਦੇ, ਟਾਈਮ ਲੱਗੇਗਾ, ਕੁਝ ਸਮਾਂ ਲੰਮਾ ਚੱਲਣਾ ਹੈ, ਇਸ ਕਰਕੇ ਅਸੀਂ ਫਿਊਚਰ ਕੰਟੀਨਿਊਸ ਟੈਂਸ ਦੀ ਵਰਤੋਂ ਉੱਥੇ ਕੀਤੀ ਹੈ। ਠੀਕ ਹੈ, ਅੱਗੇ ਫਿਊਚਰ ਪਰਫੈਕਟ ਟੈਂਸ, ਇਹਦੇ ਵਿੱਚ ਸਬਜੈਕਟ ਵਿਲ ਸ਼ੈਲ ਹੈਵ, ਵਰਬ ਦੀ ਥਰਡ ਫਾਰਮ ਆਬਜੈਕਟ ਲੱਗਦਾ ਹੈ। ਵਿਲ ਸ਼ੈਲ ਦੇ ਨਾਲ ਅਸੀਂ ਹੈਵ ਦੀ ਯੂਜ਼ ਕਰਦੇ ਹਾਂ, ਫਿਰ ਵਰਬ ਦੀ ਥਰਡ ਫਾਰਮ ਯੂਜ਼ ਕਰਦੇ ਹਾਂ, ਫਿਰ ਆਬਜੈਕਟ ਦੀ ਯੂਜ਼ ਕਰਦੇ ਹਾਂ, ਕਿਉਂਕਿ ਜਿਹੜਾ ਹੈਵ ਹੈ ਉਹ ਵਰਬ ਦੀ ਸੈਕਿੰਡ ਫਾਰਮ ਹੈ, ਹੈਜ਼, हैव और हैड। ठीक है, इस करके दे विल हैव कुक्ड फूड, दे जो कि सब्जेक्ट है, विल जो कि फ्यूचर डिनोटर है जो कि वो सेकंड फॉर्म में ऐसी परफेक्ट भी यूज़ करनी होंगी है, कुकड जो वर्ब दी फर्स्ट थर्ड फॉर्म है। ठीक है, फूड जो कि सब्जेक्ट है, सॉरी ऑब्जेक्ट है। कितने यूज़ करते हैं? टू इंडिकेट कंप्लीशन ऑफ एन इवेंट बाय अ सर्टेन फ्यूचर टाइम, वो काम जो कि फ्यूचर ਵਿੱਚ ਪੂਰਾ ਹੋਣਾ ਹੋਵੇ ਉਹਨੂੰ ਦੱਸਣ ਵਾਸਤੇ ਅਸੀਂ ਫਿਊਚਰ ਪਰਫੈਕਟ ਟੈਂਸ ਯੂਜ਼ ਕਰਦੇ ਹਾਂ। ਜਿਵੇਂ ਆਈ ਸ਼ੈਲ ਹੈਵ ਰਿਟਨ ਮਾਈ ਐਕਸਰਸਾਈਜ਼ ਬਾय दैट टाइम, ਕਿ ਉਸ ਸਮੇਂ ਤੱਕ ਮੈਂ ਆਪਣੀ ਐਕਸਰਸਾਈਜ਼ ਜਿਹੜੀ ਉਹ ਕਰ ਚੁੱਕਾ ਹੋਵਾਂਗਾ। ਮੀਨਸ ਕੰਮ ਸ਼ੁਰੂ ਹੋ ਚੁੱਕਿਆ ਹੈ ਪਰ ਉਹਦਾ ਕੰਪਲੀਟ ਜਿਹੜਾ ਉਹਨੇ ਫਿਊਚਰ ਵਿੱਚ ਜਾ ਕੇ ਹੋਣਾ ਹੈ। ਠੀਕ ਹੈ, ਕੁਝ ਸਮਾਂ ਜਾ ਕੇ ਫਿਊਚਰ 'ਚ ਕੰਪਲੀਟ ਹੋਣਾ ਹੈ, ਉਹਦੇ ਵਾਸਤੇ ਅਸੀਂ ਫਿਊਚਰ ਪਰਫੈਕਟ ਅਸੀਂ ਤਾਂ ਹੀ ਯੂਜ਼ ਕਰ ਸਕਦੇ ਹਾਂ ਕਿਉਂਕਿ ਫਿਊਚਰ ਵਿੱਚ ਸਾਨੂੰ ਕੋਈ ਸਰਟੇਨਿਟੀ ਨਹੀਂ ਹੁੰਦੀ ਕਿ ਕੰਮ ਹੋਏਗਾ ਕਿ ਨਹੀਂ ਹੋਏਗਾ। ਇਸ ਕਰਕੇ ਫਿਊਚਰ ਪਰਫੈਕਟ ਉਸ ਕੰਡੀਸ਼ਨ ਵਿੱਚ ਯੂਜ਼ ਕਰ ਸਕਦੇ ਹਾਂ ਜਿੱਥੇ ਕੰਮ ਪ੍ਰੈਜ਼ੈਂਟ ਵਿੱਚ ਸ਼ੁਰੂ ਹੋ ਚੁੱਕਿਆ ਹੋਵੇ ਪਰ ਉਹਨੇ ਖਤਮ ਜਾ ਕੇ ਕਿਤੇ ਨਾ ਕਿਤੇ ਫਿਊਚਰ ਵਿੱਚ ਹੋਵੇ, ਉੱਥੇ ਅਸੀਂ ਪਰਫੈਕਟ ਯੂਜ਼ ਕਰਦੇ ਹਾਂ। ਉੱਥੇ ਪਰਫੈਕਟ ਇਸ ਕਰਕੇ ਯੂਜ਼ ਕਰਦੇ ਹਾਂ ਕਿ ਕੋਈ ਵੀ ਕੰਮ ਜੋ ਫਿਊਚਰ ਵਿੱਚ ਸ਼ੁਰੂ ਹੋਇਆ ਹੈ ਉਹ ਕਿਤੇ ਨਾ ਕਿਤੇ ਜਾ ਕੇ ਖਤਮ ਹੋਵੇਗਾ ਹੀ, ਇਹ ਕੁਦਰਤ ਦਾ ਨਿਯਮ ਹੈ, ਇਸ ਕਰਕੇ ਅਸੀਂ ਉੱਥੇ ਪਰਫੈਕਟ ਯੂਜ਼ ਕਰਦੇ ਹਾਂ। ਲਾਸਟ ਹੈ ਫਿਊਚਰ ਪਰਫੈਕਟ ਕੰਟੀਨਿਊਸ, ਇਹਦੇ ਵਿੱਚ ਉਸ ਤਰ੍ਹਾਂ ਹੀ ਅਸੀਂ ਪਰਫੈਕਟ ਅਤੇ ਕੰਟੀਨਿਊਸ ਦੇ ਜੋ ਫਿਊਚਰ ਦੇ ਫਾਰਮੂਲੇ ਉਹਨਾਂ ਨੂੰ ਕੰਬਾਈਨ ਕਰਦੇ ਹਾਂ, ਉਹੀ ਅਸੀਂ ਦੋਨੇ ਲਿਖਦੇ ਹਾਂ। ਠੀਕ ਹੈ, ਦੇਖੋ ਸਬਜੈਕਟ प्लस विल हैव बीन प्लस वर्ब दी फर्स्ट फॉर्म प्लस ing प्लस ऑब्जेक्ट, इत्थे असीं शैल दा यूज़ नहीं करते। फ्यूचर परफेक्ट कंटिन्यूस ਵਿੱਚ शैल दा यूज़ नहीं ਹੁੰਦਾ है, ध्यान रखने जो गल है। आई विल हैव बीन रेनिंग सिंस मॉर्निंग, हो सिंस ਜਿਹੜਾ डेफिनेट टाइम होए पक्का पता टाइम उस वास्ते जो फार यूज़ करते हैं उक्का पुक्का टाइम ਜਿਹਦਾ कोई पक्का कोई सबूत ना होवे ਉਹਦੇ वास्ते ਅਸੀਂ फार ਦਾ यूज़ करते हैं। जितना इट विल हैव बीन रेनिंग सिंस मॉर्निंग, इट जो सब्जेक्ट है, विल फ्यूचर डिनोटर है, हैव जो है वर्ब दी सैकेंड फॉर्म है हेल्पिंग वर्ब के तौर पर, बीन वर्ब दी थर्ड फॉर्म ਨੂੰ ਜਤਾਉਂਦਾ ਹੈ, परफेक्ट ਨੂੰ ਜਤਾਉਂਦਾ है, रेनिंग वर्ब ਦੀ फर्स्ट फॉर्म ਦਾ ing ਜੋ ਕਿ ਕੰਟੀਨਿਊਟੀ ਨੂੰ ਦਰਸਾਉਂਦੀ ਹੈ, सिंस मॉर्निंग जो कि टाइम ਦਿੱਤਾ ਗਿਆ ਹੈ। यूजेस ऑफ फ्यूचर परफेक्ट जो कितने यूज ਹੁੰਦਾ है? The future perfect continuous tense indicate an action represented is being processed over a period of time that will end in the future। ਉਹੀ ਗੱਲ ਫਿਊਚਰ ਪਰਫੈਕਟ ਕੰਟੀਨਿਊਸ ਜਿਹੜਾ ਹੈ ਉਹ ਪਰਫੈਕਟ ਅਤੇ ਕੰਟੀਨਿਊਸ ਦੋਨਾਂ ਦੇ ਜਿਹੜੇ ਰੂਲਸ ਉਹਨਾਂ ਕੰਬਾਈਨ ਬਣ ਕੇ ਬਣਿਆ ਗਿਆ ਹੈ ਕਿ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਪ੍ਰੈਜ਼ੈਂਟ ਵਿੱਚ ਅਤੇ ਕੁਝ ਸਮਾਂ ਲੰਮਾ ਚੱਲ ਕੇ ਉਹਨੇ ਫਿਊਚਰ ਦੇ ਵਿੱਚ ਕੰਪਲੀਟ ਹੋਣਾ ਹੋਵੇ ਅਤੇ ਉਹਦੇ ਨਾਲ ਸਾਨੂੰ ਟਾਈਮ ਨੂੰ ਦਰਸਾਉਣਾ ਹੋਵੇ, ਉਹਦੇ ਵਾਸਤੇ ਅਸੀਂ ਫਿਊਚਰ ਪਰਫੈਕਟ ਕੰਟੀਨਿਊਸ ਯੂਜ਼ ਕਰਦੇ ਹਾਂ। ਜਦੋਂ ਕਿ ਪਰਫੈਕਟ ਵਿੱਚ ਅਸੀਂ ਟਾਈਮ ਨੂੰ ਦਰਸਾਈਏ ਜਾਂ ਨਾ ਦਰਸਾਈਏ ਸਾਡੇ 'ਤੇ ਡਿਪੈਂਡ ਕਰਦਾ ਹੈ, ਪਰ ਫਿਊਚਰ ਪਰਫੈਕਟ ਕੰਟੀਨਿਊਸ ਵਿੱਚ ਅਸੀਂ ਟਾਈਮ ਨੂੰ ਨਾਲ ਜ਼ਰੂਰ ਦਰਸਾਉਂਦੇ ਹਾਂ। ਸੋ ਇਹ ਸੀ ਇਹਨਾਂ ਦੇ ਕੁਝ ਯੂਜ਼ਸ ਦੇ ਜਿਹੜੀ ਸਬ ਕੈਟੇਗਰੀ ਸੀ ਉਹਨਾਂ ਦੀ ਯੂਜ਼ਸ ਕਿਸ ਤਰ੍ਹਾਂ ਉਹਨਾਂ ਦੇ ਬਾਰੇ ਸਮਝਾਇਆ ਗਿਆ ਹੈ। ਹੁਣ तो मैं आस करता हाँ कि तुहानूं पता लगा समझ लगी होगी कि किस तरह काम करते हैं तो किस तरह नहीं काम करते। सो फर्दर जी यूजेस आ जाते हैं वो अफर्मेटिव नैगेटिव तो इंटैरोगेटिव प्लस नैगेटिव प्लस इंटैरोगेटिव ने, वो मैं एक होर अगली वीडियो में तुहानूं समझावांगा। तो लास्ट में एक्सरसाइज दित्तियां गईयां ने, जे तुसीं समझ सकते हो तो वैल एंड गुड है, पर जेकर नहीं पता चल रहा तो घबराउण दी लोड़ नहीं है। इहदे उपर मैं एक वक्री वीडियो जरूर लैके आवांगा जिस विच मैं सारी डिटेल नूं देवांगा। ओके स्टूडेंट, थैंक यू।